Now the next topic is flowcharts. What is flowchart? Flowchart किस ਨੂੰ ਕਿਹਾ ਜਾਂਦਾ ਹੈ? Flowchart is a graphical or diagrammatical representation of an algorithm. Mean ਜੋ ਅਸੀਂ ਐਲਗੋਰਿਥਮ ਪੇਪਰ ਦੇ ਉੱਤੇ ਤਿਆਰ ਕੀਤਾ ਹੈ ਸਿੰਪਲ ਲੈਂਗੁਏਜ ਦੇ ਵਿੱਚ ਲਿਖਿਆ ਹੈ, ਸਿੰਪਲ ਭਾਸ਼ਾ ਦੇ ਵਿੱਚ ਲਿਖਿਆ ਹੈ, ਉਸ ਨੂੰ ਆਪਾਂ ਡਾਇਗਰਾਮ ਦੇ ਨਾਲ ਔਰ ਗ੍ਰਾਫਿਕਸ ਦੇ ਨਾਲ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਨਾ ਹੈ। flowchart is being oftenly used as a program planning tool to solve a problem. ਜਿਸ ਤਰ੍ਹਾਂ ਅਸੀਂ ਦੇਖਿਆ ਹੈ ਸੌਫਟਵੇਅਰ ਨੂੰ, ਪ੍ਰੋਗਰਾਮ ਨੂੰ ਲਿਖਣ ਤੋਂ ਪਹਿਲਾਂ ਉਸ ਦਾ ਆਪਾਂ ਐਲਗੋਰਿਥਮ ਤਿਆਰ ਕਰਦੇ ਹਾਂ, ਇਸੇ ਤਰ੍ਹਾਂ ਹੀ ਉਸ ਦਾ ਫਲੋ ਚਾਰਟ ਵੀ ਤਿਆਰ ਕੀਤਾ ਜਾਂਦਾ ਹੈ। ਸਿੰਬਲਸ, ਜਿਓਮੈਟ੍ਰਿਕ ਸ਼ੇਪਸ are used and are connected among them to indicate the flow of information and processings. ਜਦੋਂ ਅਸੀਂ ਫਲੋ ਚਾਰਟ ਨੂੰ ਤਿਆਰ ਕਰਦੇ ਹਾਂ ਇਸ ਦੇ ਵਿੱਚ ਕਈ ਤਰ੍ਹਾਂ ਦੇ ਸਿੰਬਲਸ ਆਪਾਂ ਯੂਜ਼ ਕਰਦੇ ਹਾਂ ਜਿਨ੍ਹਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ ਹੈ, ਜਿਨ੍ਹਾਂ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਜਾਂਦਾ ਹੈ, ਜਿਸ ਦੇ ਰਾਹੀਂ ਫਲੋ ਆਫ ਇਨਫੋਰਮੇਸ਼ਨ ਅਤੇ ਪ੍ਰੋਸੈਸਿੰਗ ਬਾਰੇ ਦਰਸਾਇਆ ਜਾਂਦਾ ਹੈ। ਨੂੰ ਫਲੋ ਚਾਰਟ ਦੇ ਵਿੱਚ ਵਰਤੋਂ ਹੋਣ ਵਾਲੇ ਸਿੰਬਲਸ used while preparing a flow chart. Now the very first is oval shape. ਇਸ ਨੂੰ ਆਪਾਂ ਸਟਾਰਟ ਅਤੇ ਸਟਾਪ ਦੇ ਲਈ ਯੂਜ਼ ਕਰਦੇ ਹਾਂ। This symbol indicates start, stop and halt in a program logic flow. It is the first and the last symbol in the flow chart. ਜਿਸ ਤਰ੍ਹਾਂ ਆਪਾਂ ਐਲਗੋਰਿਥਮ ਦੇ ਵਿੱਚ ਦੇਖਿਆ ਹੈ ਕਿ ਐਲਗੋਰਿਥਮ ਦਾ ਜੋ ਪਹਿਲਾ ਸਟੈਪ ਹੁੰਦਾ ਹੈ ਉਹ ਸਟਾਰਟ ਹੁੰਦਾ ਹੈ ਅਤੇ ਐਲਗੋਰਿਥਮ ਦਾ ਅਖੀਰਲਾ ਸਟੈਪ ਜੋ ਹੁੰਦਾ ਹੈ ਉਹ ਸਟਾਪ ਹੁੰਦਾ ਹੈ। ਇਸੇ ਤਰ੍ਹਾਂ ਹੀ ਫਲੋ ਚਾਰਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਸ ਸਿੰਬਲ ਦੀ ਵਰਤੋਂ ਕਰਾਂਗੇ ਅਤੇ ਅਖੀਰ ਦੇ ਵਿੱਚ ਵੀ ਇਸੇ ਹੀ ਸਿੰਬਲ ਦੀ ਵਰਤੋਂ ਕਰਾਂਗੇ। ਇਸ ਨੂੰ ਸਟਾਰਟ ਦੇ ਲਈ ਅਤੇ ਸਟਾਪ ਦੇ ਲਈ ਜਾਂ ਹਾਲਟ ਦੇ ਲਈ ਵੀ ਵਰਤਿਆ ਜਾਂਦਾ ਹੈ। ਉਸ ਤੋਂ ਜੋ ਅਗਲਾ ਸਿੰਬਲ ਹੈ ਜੋ ਰੈਕਟੈਂਗਲ ਦਾ ਹੈ ਇਸ ਨੂੰ ਪ੍ਰੋਸੈਸਿੰਗ ਦੇ ਲਈ ਵਰਤਿਆ ਜਾਂਦਾ ਹੈ। ਦਿਸ ਸਿੰਬਲ indicates processes like mathematical operations such as addition, subtraction, multiplications and divisions. ਜਦੋਂ ਵੀ ਆਪਾਂ ਇਸ ਤਰ੍ਹਾਂ ਦੇ ਆਪਰੇਸ਼ਨਸ ਪਰਫਾਰਮ ਕਰ ਰਹੇ ਹਨ ਤੇ ਇਸ ਰੈਕਟੈਂਗਲ ਸਿੰਬਲ ਦਾ ਅਸੀਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਯੂਜ਼ ਹੋਣ ਵਾਲੇ ਸਿੰਬਲ ਦੇ ਵਿੱਚੋਂ ਇਨਪੁਟ ਆਊਟਪੁੱਟ ਪੈਰਲੋਗ੍ਰਾਮ ਇਜ਼ ਯੂਜ਼ਡ ਫਾਰ ਡਿਨੋਟਿੰਗ ਪ੍ਰੋਗਰਾਮ ਇਨਪੁਟਸ ਐਂਡ ਆਊਟਪੁੱਟ। ਪ੍ਰੋਗਰਾਮ ਦੇ ਵਿੱਚ ਜਦੋਂ ਵੀ ਸਾਨੂੰ ਇਨਪੁਟਸ ਅਤੇ ਆਊਟਪੁੱਟਸ ਨੂੰ ਆਪਾਂ ਰਿਪਰੈਜ਼ੈਂਟ ਕਰਨਾ ਹੈ, ਪ੍ਰੈਜ਼ੈਂਟ ਕਰਨਾ ਹੈ, ਉਸ ਵੇਲੇ ਇਸ ਸਿੰਬਲ ਦੀ ਸਾਨੂੰ ਜ਼ਰੂਰਤ ਪੈਂਦੀ ਹੈ। ਉਸ ਤੋਂ ਬਾਅਦ ਡਿਸੀਜ਼ਨ, ਇਸ ਦੇ ਵਿੱਚ ਯੂ ਕੈਨ ਸੀ ਹੇਅਰ ਸਟੈਂਡਸ ਫਾਰ ਡਿਸੀਜ਼ਨ ਸਟੇਟਮੈਂਟਸ ਇਨ ਦਾ ਪ੍ਰੋਗਰਾਮ ਵੇਅਰ ਦਾ ਆਂਸਰ ਇਜ਼ ਯੂਜ਼ਲੀ ਯੈਸ, ਨੋ ਔਰ ਟਰੂ, ਫਾਲਸ। ਦੈਨ ਇਜ਼ ਐਰੋ। ਐਰੋ ਇਸ ਸਿੰਬਲ ਦੀ ਜ਼ਰੂਰਤ
ਰਿਲੇਸ਼ਨਸ਼ਿਪ ਨੂੰ ਸ਼ੋ ਕਰਨ ਦੇ ਲਈ ਪੈਂਦੀ ਹੈ। ਇਟ ਸ਼ੋਜ਼ ਅ ਰਿਲੇਸ਼ਨਸ਼ਿਪ ਬਿਟਵੀਨ ਡਿਫਰੈਂਟ ਸ਼ੇਪਸ, ਡਿਫਰੈਂਟ ਜੋ ਸਿੰਬਲਸ ਹਨ ਉਹਨਾਂ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ, ਇਸ ਸਿੰਬਲਸ ਦੀ, ਐਰੋ ਸਿੰਬਲਸ ਦੀ ਸਾਨੂੰ ਜ਼ਰੂਰਤ ਪੈਂਦੀ ਹੈ। ਇਸ ਤੋਂ ਬਾਅਦ ਜੋ ਕਨੈਕਟਰਸ ਹੁੰਦੇ ਹਨ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਰਕਲ on page connectors, it is used to connect two or more parts of a flow chart which are on the same page। ਜਦੋਂ flow chart ਇੱਕ ਪੇਜ 'ਤੇ ਹੁੰਦਾ ਹੈ ਅਤੇ ਇੱਕ ਤੋਂ ਜ਼ਿਆਦਾ ਹਿੱਸਿਆਂ ਨੂੰ ਆਪਾਂ ਜੋੜਨਾ ਹੈ, ਉਸ ਵੇਲੇ ਸਾਨੂੰ ਇਸ ਦੀ ਜ਼ਰੂਰਤ ਪੈਂਦੀ ਹੈ। ਇਸ ਤਰ੍ਹਾਂ off page connectors connects two part of a flow chart which are spread over more than one pages। ਜਦੋਂ ਪ੍ਰੋਗਰਾਮ ਇੱਕ ਪੇਜ ਤੋਂ ਦੂਸਰੇ ਪੇਜ 'ਤੇ ਵੱਡਾ ਹੋਣ ਕਰਕੇ ਲਿਖਿਆ ਜਾਂਦਾ ਹੈ, ਬਣਾਇਆ ਜਾਂਦਾ ਹੈ, ਉਸ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਦੇ ਲਈ ਆਫ ਪੇਜ ਕਨੈਕਟਰਸ ਦੀ ਜ਼ਰੂਰਤ ਪੈਂਦੀ ਹੈ। Now we can see here an example, flow chart to add two numbers and print their sum। ਇਸ ਤੋਂ ਪਹਿਲਾਂ ਇਸ ਪ੍ਰੋਬਲਮ ਨੂੰ ਆਪਾਂ ਐਲਗੋਰਿਥਮ ਦੇ ਰਾਹੀਂ ਡਿਸਕਸ ਕੀਤਾ ਹੈ, ਜਿਸ ਦੇ ਵਿੱਚ ਆਪਾਂ ਇੱਕ ਐਲਗੋਰਿਥਮ ਤਿਆਰ ਕੀਤਾ ਸੀ ਕਿ ਦੋ ਨੰਬਰ ਦੀ ਵੈਲਿਊ ਆਪਾਂ ਐਜ਼ ਅ ਇਨਪੁਟ ਯੂਜ਼ਰ ਤੋਂ ਲੈਣੀ ਹੈ ਅਤੇ ਆਫਟਰ ਦੀ ਐਡੀਸ਼ਨ ਜੋ ਉਸ ਦਾ ਸਮ ਹੈ ਉਸ ਨੂੰ ਡਿਸਪਲੇ ਕਰਨਾ ਹੈ। ਇਸੇ ਹੀ ਚੀਜ਼ ਨੂੰ ਜਦੋਂ ਅਸੀਂ ਫਲੋ ਚਾਰਟ ਰਾਹੀਂ ਹੱਲ ਕਰਾਂਗੇ, ਰਿਪਰਜੈਂਟ ਕਰਾਂਗੇ, ਸ਼ੋਅ ਕਰਾਂਗੇ, ਅਤੇ ਕੁਛ ਇਸ ਤਰ੍ਹਾਂ ਦਿਖਾਈ ਦਿੰਦਾ ਹੈ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਸ਼ੁਰੂ ਦੇ ਵਿੱਚ ਅਵਲ ਹੈ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਟਾਰਟ ਲਿਖਿਆ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਹੈ, ਫਲੋ ਚਾਰਟ ਨੂੰ ਹਮੇਸ਼ਾ ਓਵਲ ਸ਼ੇਪ ਤੋਂ ਸ਼ੁਰੂ ਕਰਨਾ ਹੈ, ਜੋ ਕਿ ਸਟਾਰਟ ਨੂੰ ਰਿਪਰਜੈਂਟ ਕਰਦਾ ਹੈ। ਇਸ ਤੋਂ ਬਾਅਦ ਪੈਰਲੋਗ੍ਰਾਮ ਰਾਹੀਂ ਆਪਾਂ ਰੀਡ ਨੰਬਰ 1 ਐਂਡ ਨੰਬਰ 2 ਇਹ ਸ਼ੋਅ ਕਰਦਾ ਹੈ ਇਨਪੁਟ। ਸਾਡੇ ਫਲੋ ਚਾਰਟ ਦੇ ਵਿੱਚ ਦੋ ਇਨਪੁਟਸ ਹਨ, ਨੰਬਰ 1 ਐਂਡ ਨੰਬਰ 2। ਨਾਓ ਦਾ ਨੈਕਸਟ ਇਜ਼ ਰੈਕਟੈਂਗਲ। ਰੈਕਟੈਂਗਲ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਹੈ, ਇਹ ਪ੍ਰੋਸੈਸਿੰਗ ਨੂੰ ਰਿਪਰਜੈਂਟ ਕਰਦੀ ਹੈ। ਇੱਥੇ ਆਪਾਂ ਦੋ ਨੰਬਰਸ ਨੂੰ ਐਡ ਕਰਨਾ ਹੈ। ਐਡ ਕਰਨ ਤੋਂ ਬਾਅਦ ਉਸ ਜੋ ਵੈਲਿਊ ਹੈ ਐਡੀਸ਼ਨ ਦੀ, ਉਸ ਨੂੰ ਆਪਾਂ ਇੱਕ ਥਰਡ ਨੰਬਰ ਦੇ ਵਿੱਚ ਸਟੋਰ ਕਰਨਾ ਹੈ, ਜਿਸ ਦਾ ਨਾਮ ਹੈ ਸਮ। ਜਦੋਂ ਇਹਨਾਂ ਦੋ ਨੰਬਰ ਨੂੰ ਐਡ ਕੀਤਾ ਜਾਂਦਾ ਹੈ, ਉਸ ਦਾ ਰਿਜ਼ਲਟ ਤੀਸਰੇ ਵੇਰੀਏਬਲ ਦੇ ਵਿੱਚ, ਜਿਸ ਦਾ ਨਾਮ ਸਮ ਹੈ, ਵਿੱਚ ਸਟੋਰ ਕੀਤਾ ਜਾਂਦਾ ਹੈ। ਉਸ ਤੋਂ ਨੈਕਸਟ ਜੋ ਸਟੈਪ ਹੈ ਦੈਟ ਇਜ਼ ਅਗੇਨ ਪੈਰਲੋਗ੍ਰਾਮ ਹੈ, ਜੋ ਰਿਪਰਜੈਂਟ ਕਰਦੀ ਹੈ ਇਨਪੁਟ ਅਤੇ ਆਊਟਪੁੱਟ ਓਪਰੇਸ਼ਨਸ ਨੂੰ। ਇਸ ਸਟੈਪ ਦੇ ਵਿੱਚ ਆਊਟਪੁੱਟ ਓਪਰੇਸ਼ਨਸ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਸਮ ਦੀ ਵੈਲਿਊ ਪ੍ਰਿੰਟ ਕੀਤੀ ਜਾ ਰਹੀ ਹੈ। ਵੈਲਿਊ ਪ੍ਰਿੰਟ ਕਰਨ ਤੋਂ ਬਾਅਦ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਹੈ, ਐਲਗੋਰਿਥਮ ਨੂੰ ਫਿਰ ਓਵਲ ਦੇ ਨਾਲ ਹੀ ਐਂਡ ਕਰਨਾ ਹੈ, ਜਿਸ ਦੇ ਵਿੱਚ ਐਂਡ ਲਿਖਿਆ ਹੁੰਦਾ ਹੈ। ਸੋ ਫਲੋ ਚਾਰਟ ਦੀ ਸ਼ੁਰੂਆਤ ਅਤੇ ਐਂਡ, ਅੰਤ ਜੋ ਹੈ ਉਹ ਓਵਲ ਦੇ ਨਾਲ ਹੀ ਕਰਨਾ ਹੁੰਦਾ ਹੈ। ਨਾਓ here is another example. In this example, a flow chart to input two numbers from the users and display the largest of two numbers। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ, ਇਸ ਫਲੋ ਚਾਰਟ ਦੇ ਵਿੱਚ ਸਭ ਤੋਂ ਪਹਿਲਾਂ ਓਵਲ ਸ਼ੇਪ ਦੇ ਵਿੱਚ ਸਟਾਰਟ ਕੀਤਾ ਜਾਂਦਾ ਹੈ, ਸਟਾਰਟ ਨੂੰ ਰਿਪਰਜੈਂਟ ਕਰਦਾ ਹੈ। ਫਿਰ ਇਨਪੁਟ ਓਪਰੇਸ਼ਨ ਪਰਫੋਰਮ ਕੀਤਾ ਜਾ ਰਿਹਾ ਹੈ,
ਜਿਸ ਦੇ ਵਿੱਚ ਨੰਬਰ 1 ਅਤੇ ਨੰਬਰ 2 ਦੀ ਵੈਲਿਊ ਨੂੰ ਪੜ੍ਹਿਆ ਜਾ ਰਿਹਾ ਹੈ। ਉਸ ਤੋਂ ਬਾਅਦ ਡਿਸੀਜ਼ਨ ਮੇਕਿੰਗ ਹੈ ਜੋ ਡਾਇਮੰਡ ਸ਼ੇਪ ਦੇ ਵਿੱਚ ਹੁੰਦਾ ਹੈ। ਇਸ ਦੇ ਵਿੱਚ ਨੰਬਰ 1 ਨੂੰ ਨੰਬਰ 2 ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਨੰਬਰ 1 ਗ੍ਰੇਟਰ ਦੈਨ ਨੰਬਰ 2। ਜਿਸ ਤਰ੍ਹਾਂ ਕਿ ਇਸ ਫਲੋ ਚਾਰਟ ਦੇ ਵਿੱਚ ਅਸੀਂ ਦੇਖ ਰਹੇ ਹਾਂ, ਸਾਡੇ ਕੋਲ 2 ਡਿਸੀਜ਼ਨਸ ਸਾਨੂੰ ਇਸ ਤੋਂ ਮਿਲ ਰਹੇ ਹਨ, ਟਰੂ ਔਰ ਫਾਲਸ। ਉਹਨਾਂ ਦੇ ਵਿੱਚੋਂ ਐਟ ਏ ਟਾਈਮ ਇਹ ਇੱਕ ਹੀ ਰਿਟਰਨ ਕਰੇਗਾ, ਜਾਂ ਤਾਂ ਟਰੂ ਹੋਏਗਾ ਜਾਂ ਫਾਲਸ ਹੋਏਗਾ। ਇਫ ਦ ਡਿਸੀਜ਼ਨ ਇਜ਼ ਟਰੂ, ਇਫ ਦ ਨੰਬਰ 1 is greater than number 2, if it is true then print number 1। ਇਸ ਨੰਬਰ 1 ਨੂੰ ਪ੍ਰਿੰਟ ਕੀਤਾ ਜਾਏਗਾ। ਅਗਰ ਡਿਸੀਜ਼ਨ ਦੀ ਵੈਲਿਊ ਫਾਲਸ ਹੈ, if number 2 is greater than number 1 then ਨੰਬਰ 2 ਨੂੰ ਪ੍ਰਿੰਟ ਕੀਤਾ ਜਾਏਗਾ। ਇਹ ਆਊਟਪੁੱਟ ਆਪਰੇਸ਼ਨ ਹੈ। ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇੱਕ ਰਾਊਂਡ ਜਿਸ ਦੇ ਵਿੱਚ 2 ਐਰੋ ਇਨਪੁਟ ਐਰੋ ਹਨ ਅਤੇ ਇੱਕ ਆਊਟਪੁੱਟ ਐਰੋ ਹਨ। ਇਸ ਤੋਂ ਬਾਅਦ ਜੋ ਕੰਟਰੋਲ ਹੈ ਉਹ ਇਸ 'ਤੇ ਆ ਜਾਂਦਾ ਹੈ। ਉਸ ਤੋਂ ਬਾਅਦ ਅਵਲ ਦੇ ਵਿੱਚ ਐਂਡ ਪ੍ਰੋਸੈਸ ਹੈ। ਸੋ ਸਟਾਰਟਿੰਗ ਐਂਡ ਐਂਡਿੰਗ ਵਿਦ ਓਵਲ ਐਂਡ ਦੈਨ input operation, then decision operation and then output operations। ਸੋ ਫਲੋ ਚਾਰਟ ਦੇ ਨਾਲ ਆਪਾਂ ਕਿਸੇ ਵੀ ਪ੍ਰੋਬਲਮ ਦੇ ਸੋਲਿਊਸ਼ਨ ਨੂੰ ਦਿਖਾ ਸਕਦੇ ਹਾਂ। ਬੈਨੀਫਿਟ ਆਫ ਪ੍ਰੋਗਰਾਮ ਫਲੋ ਚਾਰਟ। ਫਲੋ ਚਾਰਟ ਤਿਆਰ ਕਰਨ ਦੇ ਕੀ ਬੈਨੀਫਿਟਸ ਹੋ ਸਕਦੇ ਹਨ? ਸਭ ਤੋਂ ਪਹਿਲਾਂ ਇਟ ਸਰਵਸ ਐਜ਼ ਅ ਬੇਸਿਕ ਫਾਰ ਡਿਜ਼ਾਈਨਿੰਗ ਨਿਊ ਪ੍ਰੋਸੈਸਿਸ। ਨਿਊ ਪ੍ਰੋਸੈਸਿਸ ਨੂੰ ਡਿਜ਼ਾਈਨ ਕਰਨ ਦੇ ਲਈ ਇਹ ਬੇਸ ਤਿਆਰ ਹੁੰਦਾ ਹੈ, ਇੱਕ ਬੇਸ ਹੁੰਦਾ ਹੈ। ਇਟ ਹੈਲਪਸ ਟੂ ਕਲੈਰੀਫਾਈ ਕੰਪਲੈਕਸ ਪ੍ਰੋਸੈਸਿਸ। ਜੋ ਕੰਪਲੈਕਸ ਪ੍ਰੋਸੈਸ ਹਨ ਉਹਨਾਂ ਨੂੰ ਕਲੈਰੀਫਾਈ ਕਰਨ ਦੇ ਲਈ ਇਹ ਸਾਡਾ ਮਦਦ ਕਰਦਾ ਹੈ। ਇਟ ਵਰਕਸ ਐਜ਼ ਅ ਬਲਿਊਪ੍ਰਿੰਟ ਵਿਚ ਮੇਕਸ ਕੋਡਿੰਗ ਮੋਰ ਐਫੀਸ਼ੀਐਂਟ। ਸਾਡੀ ਜੋ ਕੋਡਿੰਗ ਹੈ, ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਪ੍ਰੋਗਰਾਮ ਨੂੰ ਲਿਖਣਾ ਹੈ ਉਸ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ, ਐਫੀਸ਼ੀਐਂਟ ਵੇ ਦੇ ਨਾਲ, ਇੱਕ ਐਜ਼ ਅ ਬਲਿਊਪ੍ਰਿੰਟ ਦੀ ਤਰ੍ਹਾਂ ਕੰਮ ਕਰਦਾ ਹੈ। ਇਟ improves programmers' efficiency in maintaining the operating programs। ਫਲੋ ਚਾਰਟ ਤਿਆਰ ਕਰਨ ਦੇ ਨਾਲ ਇਹ ਪ੍ਰੋਗਰਾਮਰਸ ਦੀ ਐਫੀਸ਼ੀਐਂਸੀ ਨੂੰ ਵਧਾਉਂਦਾ ਹੈ। ਵਿਦ ਦੀ ਸਪੋਰਟ ਆਫ ਫਲੋ ਚਾਰਟ, communicating the logic of a system to all concerned gets much easier। And then next is program debugging। Now what is computer bug? Before discussing this, let's discuss about computer bug। Now what is computer bug? A bug is an error in the source code that causes a program to produce unexpected result or crash altogether। ਬਗ ਕੰਪਿਊਟਰ ਐਰਰ ਨੂੰ ਹੀ ਕਿਹਾ ਜਾਂਦਾ ਹੈ ਜੋ ਕਿ ਸਾਡੇ ਸੋਰਸ ਕੋਡ ਦੇ ਵਿੱਚ ਕੋਈ ਗਲਤੀ ਹੋਣ ਕਰਕੇ ਸ਼ੋ ਹੁੰਦਾ ਹੈ, ਜਿਸ ਦੇ ਨਾਲ ਸਾਡਾ ਜੋ ਪ੍ਰੋਗਰਾਮ ਹੈ ਉਹ ਸਾਨੂੰ ਜੋ ਡਿਜ਼ਾਇਰ
ਆਊਟਪੁੱਟ ਚਾਹੀਦੀ ਹੈ, ਡਿਜ਼ਾਇਰ ਰਿਜ਼ਲਟ ਚਾਹੇ ਹਨ, ਉਹ ਸਾਨੂੰ ਰਿਜ਼ਲਟ ਨਹੀਂ ਮਿਲਦੇ ਹਨ। ਕੰਪਿਊਟਰ ਵਰਕਸ ਕੈਨ ਇਫੈਕਟ ਐਨ ਐਪਲੀਕੇਸ਼ਨਸ ਪਰਫੋਰਮੈਂਸ। ਜੋ ਕੰਪਿਊਟਰ ਵਰਕਸ ਹੁੰਦੇ ਹਨ, ਜੋ ਕਿ ਕਿਸਮ ਦੇ ਐਰਰਸ ਹੁੰਦੇ ਹਨ, ਉਹ ਜੋ ਸਾਡੀ ਐਪਲੀਕੇਸ਼ਨ ਅਸੀਂ ਤਿਆਰ ਕੀਤੀ ਹੈ, ਜੋ ਸੋਫਟਵੇਅਰ ਤਿਆਰ ਕੀਤਾ ਹੈ, ਉਸ ਦੀ ਪਰਫੋਰਮੈਂਸ ਨੂੰ ਇਫੈਕਟ ਕਰਦੇ ਹਨ। ਪ੍ਰੋਗਰਾਮਿੰਗ ਐਰਰਸ ਆਰ ਕਾਲਡ ਬਗਸ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਹੈ, ਪ੍ਰੋਗਰਾਮਿੰਗ ਦੇ ਵਿੱਚ ਜੋ ਐਰਰਸ ਰਹਿ ਜਾਂਦੇ ਹਨ, ਉਹਨਾਂ ਨੂੰ ਆਪਾਂ ਵਗਸ ਕਹਿੰਦੇ ਹਾਂ। Now, what is debugging? What is debugging? Debugging is the process of taking bugs out of a program. Mean ਜੋ ਪ੍ਰੋਗਰਾਮ ਦੇ ਵਿੱਚ ਐਰਰਸ ਹਨ, ਉਹਨਾਂ ਨੂੰ ਰਿਮੂਵ ਕਰਨਾ। ਐਰਰ ਫ੍ਰੀ ਪ੍ਰੋਗਰਾਮ। Debugging is the process of taking bugs out of the program. ਪ੍ਰੋਗਰਾਮ ਤੋਂ ਬਾਹਰ ਕਰਨਾ ਉਹਨਾਂ ਨੂੰ। ਕਿਹੜੇ ਕਿਹੜੇ ਹੋ ਸਕਦੇ ਹਨ? There are many type of bugs. Now the very first is syntax bugs. Now the syntax errors are mistakes in using the language. Example of syntax errors are missing commas or quotation marks or misspelling a word. Syntax error ਉਦੋਂ ਆਉਂਦੇ ਹਨ ਜਦੋਂ ਅਸੀਂ ਕੋਡਿੰਗ ਕੰਪਿਊਟਰ ਪ੍ਰੋਗਰਾਮ ਲਿਖਦੇ ਹਾਂ, ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਸਪੈਲਿੰਗ ਜੋ ਲੈਂਗੁਏਜ ਸਪੋਰਟ ਨਹੀਂ ਕਰਦੀ ਹੈ, ਜਾਂ ਕਿਤੇ ਕੋਮਾ ਉਹ ਮਿਸਿੰਗ ਹੈ, ਜਾਂ ਸੈਮੀ ਕੋਲਨ ਲਗਾਉਣਾ ਹੈ ਉਹ ਮਿਸਿੰਗ ਹੈ, ਬ੍ਰੈਕਟ ਮਿਸਿੰਗ ਹਨ, ਜਾਂ ਕੋਟੇਸ਼ਨ ਮਾਰਕ ਮਿਸਿੰਗ ਹਨ, ਉਹਨਾਂ ਨੂੰ ਆਪਾਂ ਸਿੰਟੈਕਸ ਐਰਰ ਦੀ ਸ਼੍ਰੇਣੀ ਦੇ ਵਿੱਚ ਰੱਖਦੇ ਹਾਂ। ਸਿੰਟੈਕਸ ਐਰਰ ਆਰ ਲਿਸਟਡ ਬਾਈ software program called compiler and the programmer must remove them before the program is compiled and then run. ਜਦੋਂ ਵੀ ਆਪਾਂ ਕੋਡਿੰਗ ਕਰਦੇ ਹਾਂ, ਕੋਡਿੰਗ ਕਰਨ ਤੋਂ ਬਾਅਦ ਉਸ ਦੀ ਕੰਪਾਈਲੇਸ਼ਨ ਕਰਨੀ ਹੈ। ਇਹ ਐਰਰਸ ਜੋ ਕੰਪਾਈਲਰ ਸੋਫਟਵੇਅਰ ਹੈ ਉਸ ਦੁਆਰਾ ਆਇਡੈਂਟੀਫਾਈ ਕੀਤੇ ਜਾਂਦੇ ਹਨ, ਪਕੜੇ ਜਾਂਦੇ ਹਨ। ਕੰਪਾਈਲਰ ਉਹਨਾਂ ਦੀ ਲਿਸਟ ਪ੍ਰੋਗਰਾਮਰਸ ਨੂੰ ਦੱਸਦਾ ਹੈ। ਇਹ ਪ੍ਰੋਗਰਾਮਰ ਦੀ ਰਿਸਪੋਂਸੀਬਿਲਿਟੀ ਡਿਊਟੀ ਹੁੰਦੀ ਹੈ ਕਿ ਉਹਨਾਂ ਨੂੰ ਰਿਮੂਵ ਕਰਨਾ ਹੁੰਦਾ ਹੈ। ਸਭ ਤੋਂ ਈਜ਼ੀ ਫੜੇ ਜਾਣ ਵਾਲੇ ਜੋ ਐਰਰਸ ਹਨ ਉਹ ਸਿੰਟੈਕਸ ਐਰਰ ਹੀ ਹੁੰਦੇ ਹਨ। ਦੈਨ ਰਨ ਟਾਈਮ ਬਗਸ। These errors, these are caused while the program is running. ਰਨ ਟਾਈਮ ਐਰਰਸ ਜੋ ਬਗਸ ਹੁੰਦੇ ਹਨ, ਜਦੋਂ ਪ੍ਰੋਗਰਾਮ ਰਨਿੰਗ ਪੋਜੀਸ਼ਨ ਦੇ ਵਿੱਚ ਹੁੰਦਾ ਹੈ, ਜਦੋਂ ਚੱਲ ਰਿਹਾ ਹੁੰਦਾ ਹੈ, ਇਹ ਉਸ ਵੇਲੇ ਸ਼ੋ ਹੁੰਦੇ ਹਨ। It can be a logical error where the program produces incorrect ਆਊਟਪੁੱਟ। ਇਹ ਕਿਸੇ ਤਰ੍ਹਾਂ ਲੌਜਿਕ ਦੇ ਵਿੱਚ ਗਲਤੀ ਹੋਣ ਕਾਰਨ ਵੀ ਹੋ ਸਕਦੇ ਹਨ। ਰਨ ਟਾਈਮ ਐਰਰ ਕੈਨ ਰਿਜ਼ਲਟ ਵੈਨ ਦਾ ਪ੍ਰੋਗਰਾਮ ਟਰਾਈਜ਼ ਟੂ ਕਾਲ ਅ ਨੋਨ ਐਗਜ਼ਿਸਟੈਂਸ ਫੰਕਸ਼ਨ। ਕਈ ਵਾਰ ਜੋ ਫੰਕਸ਼ਨ ਐਗਜ਼ਿਸਟ ਨਹੀਂ ਕਰਦਾ ਹੈ, ਉਸ ਨੂੰ ਜਦੋਂ ਅਸੀਂ ਕਾਲ ਕਰਦੇ ਹਾਂ, ਉਸ ਵੇਲੇ ਵੀ ਇਹ ਐਰਰਸ ਆਉਂਦੇ ਹਨ। ਇਸ ਦੀ ਇੱਕ ਐਗਜ਼ਾਮਪਲ ਹੈ ਸਮ ਕੋਡ that tries to open a file for the user to read but the file doesn't exist. ਕਈ ਵਾਰ ਯੂਜ਼ਰ ਕਿਸੇ ਫਾਈਲ ਨੂੰ ਟਰਾਈ ਕਰਦਾ ਹੈ ਓਪਨ ਕਰਨ ਦੀ ਥਰੂ ਸੋਫਟਵੇਅਰ, ਬਟ ਉਹ ਫਾਈਲ ਐਗਜ਼ਿਸਟ ਹੀ ਨਹੀਂ ਕਰਦੀ ਹੈ। then there is a runtime error. Then logic bugs occurs when there is a mistake in code that is producing undesired outcomes.
ਲੌਜੀਕਲ ਐਰਰ ਉਸ ਵੇਲੇ ਆਉਂਦੇ ਹਨ ਜਦੋਂ ਸਾਡੇ ਲੌਜਿਕ ਦੇ ਵਿੱਚ, ਫਾਰਮੂਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੁੰਦੀ ਹੈ। ਜਿਸ ਤਰ੍ਹਾਂ when we wrote some code that is supposed to calculate 5% GST on an item. After running the code, we are getting the wrong result. After checking the code, it is found that we are calculating not 5% but 50% GST. ਲੌਜੀਕਲ ਐਰਰ, ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਹੈ ਕਿ ਸਾਡੇ ਫਾਰਮੂਲਾ ਦੇ ਵਿੱਚ ਕੋਈ ਗਲਤੀ ਹੋ ਗਈ ਹੈ। ਜਿਸ ਤਰ੍ਹਾਂ ਇਸ ਐਗਜ਼ਾਮਪਲ ਦੇ ਵਿੱਚ ਦਿਖਾਇਆ ਗਿਆ ਹੈ ਕਿ 5% ਦੀ ਜਗ੍ਹਾ 'ਤੇ ਅਸੀਂ 50% ਲਿਖ ਦਿੱਤਾ ਗਿਆ ਹੈ। ਉਸ ਦੇ ਵਿੱਚ ਕੋਈ ਸਿੰਟੈਕਸ ਐਰਰ ਨਹੀਂ ਆਏਗਾ, ਕੋਈ ਰਨ ਟਾਈਮ ਨਹੀਂ ਆਏਗਾ, ਬਟ ਸਾਨੂੰ ਜੋ ਡਿਜ਼ਾਇਰ ਆਊਟਪੁੱਟ ਹੈ ਉਹ ਨਹੀਂ ਪ੍ਰਾਪਤ ਹੋ ਰਹੀ ਹੈ। ਇਸੇ ਤਰ੍ਹਾਂ ਹੀ ਫਾਰ ਐਗਜ਼ਾਮਪਲ ਅਸੀਂ ਏਰੀਆ ਆਫ ਸਰਕਲ ਕੱਢਣਾ ਹੈ। ਏਰੀਆ ਆਫ ਸਰਕਲ ਇਜ਼ ਪਾਈ ਆਰ ਸਕੁਅਰ। Pi is 3.14 into R। ਪਰ ਗਲਤੀ ਦੇ ਨਾਲ ਅਗਰ ਪ੍ਰੋਗਰਾਮਰ 2 pi R ਲਿਖ ਦਿੰਦਾ ਹੈ ਤੇ ਉਹ ਗਲਤੀ ਕੰਪਿਊਟਰ ਦੀ ਨਹੀਂ ਹੋਏਗੀ, ਉਹ ਡਿਵੈਲਪਰ ਦੀ ਹੋਏਗੀ, ਉਹ ਪ੍ਰੋਗਰਾਮਰ ਦੀ ਹੋਏਗੀ, ਉਹ ਡਿਜ਼ਾਈਨਰ ਦੀ ਹੋਏਗੀ। ਸੋ ਲੌਜੀਕਲ ਐਰਰ ਉਹ ਪ੍ਰੋਗਰਾਮਰ ਦੀ ਰਿਸਪੌਂਸਿਬਿਲਿਟੀ ਹੈ ਕਿ ਲੌਜੀਕਲ ਐਰਰਸ ਨੂੰ ਆਇਡੈਂਟੀਫਾਈ ਕਰਨਾ ਅਤੇ ਉਸ ਨੂੰ ਰਿਮੂਵ ਕਰਨਾ। ਦੈਨ ਅਰਥਮੈਟਿਕ ਬਗਸ ਕਾਜ਼es due to arithmetic operation to result in a numeric value beyond the given range। ਜਦੋਂ ਕਿਸੇ ਦਿੱਤੀ ਹੋਈ ਰੇਂਜ ਤੋਂ ਬਾਹਰ ਦੀ ਵੈਲਿਊ ਅਸੀਂ ਕਿਸੇ ਆਪਰੇਸ਼ਨ ਦੇ ਵਿੱਚ ਇਨਵੋਲਵ ਕਰਦੇ ਹਾਂ। ਟਿਪੀਕਲ ਐਗਜ਼ਾਮਪਲ ਵੈਨ ਪਰਫੋਰਮਿੰਗ ਅ ਡਿਵੀਜ਼ਨ ਇਕੁਏਸ਼ਨ is that you cannot divide by 0 without causing an issue। ਅਰਥਮੈਟਿਕ ਆਪਰੇਸ਼ਨ ਪਰਫੋਰਮ ਕਰਨ ਵੇਲੇ ਅਸੀਂ ਕਈ ਵਾਰ ਦੇਖਿਆ ਹੈ ਕਿ ਅਗਰ ਵੈਲਿਊ ਅਰਥਮੈਟਿਕ ਇਕੁਏਸ਼ਨ ਦੀ 0 ਹੋ ਜਾਂਦੀ ਹੈ ਅਤੇ ਅਸੀਂ ਉਸ ਨੂੰ ਡਿਵਾਈਡ ਕਰਦੇ ਰਹੇ ਹਾਂ, ਕਿਸੇ ਦੇ ਨਾਲ ਡਿਵੀਜ਼ਨ ਹੋ ਰਹੀ ਹੈ, ਦੈਨ ਦੇਰ ਇਜ਼ ਅ ਅਰਥਮੈਟਿਕ ਬਗਸ। ਸੋ ਅਸੀਂ 4 ਤਰ੍ਹਾਂ ਦੇ ਵਗਸ ਨੂੰ ਡਿਸਕਸ ਕੀਤਾ ਹੈ। ਸਿੰਟੈਕਸ ਐਰਰ, ਲੌਜੀਕਲ ਐਰਰ, ਰਨ ਟਾਈਮਸ ਐਂਡ ਅਰਥਮੈਟਿਕ। ਜੋ ਸਿੰਟੈਕਸ ਐਰਰ ਹੁੰਦੇ ਹਨ ਉਹ ਕੰਪਾਈਲਰ ਦੁਆਰਾ ਸ਼ੋ ਹੋ ਜਾਂਦੇ ਹਨ। ਰਨ ਟਾਈਮ ਐਰਰਸ ਅਤੇ ਲੌਜੀਕਲ ਐਰਰ, ਅਰਥਮੈਟਿਕ ਐਰਰਸ, ਇਹ ਪ੍ਰੋਗਰਾਮਰ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੂਰ ਰੱਖਿਆ ਜਾਣਾ ਹੈ, ਕਿਸ ਤਰ੍ਹਾਂ ਰਿਮੂਵ ਕੀਤਾ ਜਾਣਾ ਹੈ। ਕਈ ਵਾਰ ਇਹ ਐਰਰ ਡਿਊਰਿੰਗ ਦਾ ਟੈਸਟਿੰਗ ਫੇਜ਼ ਸਾਹਮਣੇ ਨਹੀਂ ਆਉਂਦੇ ਹਨ, ਪਰ ਡਿਊਰਿੰਗ ਦਾ ਐਕਚੁਅਲ ਆਪਰੇਸ਼ਨ ਦੇ ਵਿੱਚ ਇਹ ਐਰਰਸ ਸ਼ੋ ਹੁੰਦੇ ਹਨ। Then is interfacing bugs. These can happen when an incomplete application programming interface, protocol implementation, hardware handling, or any system is connected to the computers। ਜਦੋਂ ਕਦੇ ਇੰਟਰਫੇਸਿੰਗ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਚਾਹੇ ਉਹ ਕੰਪਿਊਟਰ ਹਾਰਡਵੇਅਰ ਦੇ ਲਈ ਹੋਏ, ਕਿਸੇ ਹਾਰਡਵੇਅਰ ਡਿਵਾਈਸ ਦੇ ਨਾਲ ਹੋਏ, ਪ੍ਰੋਟੋਕੋਲ ਇੰਪਲੀਮੈਂਟੇਸ਼ਨ ਦੇ ਹੋਏ, ਤਾਂ ਇਸ ਤਰ੍ਹਾਂ ਦੇ ਐਰਰਸ ਨੂੰ ਇੰਟਰਫੇਸ ਐਰਰਸ ਕਿਹਾ ਜਾਂਦਾ ਹੈ।